ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨਦੀਪ ਸਿੰਘ। ਖਬਰ ਪੜਤਾਲ ਦੇ ਵਿੱਚ ਲੈ ਕੇ ਅੱਜ ਹਾਜ਼ਰ ਹਾਂ। ਪੰਜਾਬ ਦੀਆਂ ਅਪਡੇਟ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਚਰਚਾਵਾਂ 'ਚ ਨੇ, ਕਿਉਂਕਿ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਦਾ ਸਿੰਘਾਸਨ ਡੋਲ ਗਿਆ ਪੰਜਾਬ ਦੇ ਵਿੱਚੋਂ। ਇਸ ਦੇ ਉੱਤੇ ਚਰਚਾ ਕਰਾਂਗੇ ਕਿ ਆਖਿਰਕਾਰ ਭਾਜਪਾ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਲਾਤ ਪੰਜਾਬ ਦੇ ਵਿੱਚ ਰਹਿਣਗੇ। ਚਰਚਾ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਚਰਚਾ ਦੇ ਵੱਲ ਵਧਾਂਗੇ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ, ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ ਕਿੱਦਾਂ ਵੇਖ ਰਹੇ ਹੋ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਬੀਜੇਪੀ ਦਾ ਆਉਣ ਵਾਲੇ ਦਿਨ ਪੰਜਾਬ ਦੇ ਵਿੱਚ ਕਿਹੋ ਜਿਹੇ ਨੇ? ਦੇਖੋ, ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਅੱਜ ਪੰਜਾਬ ਦਿਹਾੜਾ ਹੈ ਗਗਨ, ਆਪਾਂ ਸਾਰੇ ਜਾਣਦੇ ਹਾਂ ਜੀ। ਪੰਜਾਬ ਦਿਹਾੜਾ ਹੈ ਔਰ ਆਜ਼ਾਦੀ ਤੋਂ ਪਹਿਲਾਂ ਵੱਡੀ ਗਿਣਤੀ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਪੰਜਾਬੀ ਹਰ ਆਜ਼ਾਦੀ ਦੇ ਅੰਦੋਲਨ 'ਚ ਅੱਗੇ ਰਹੇ ਔਰ ਪੰਜਾਬੀ ਦੇਸ਼ ਦੀ ਹਰ ਸਮੱਸਿਆ 'ਚ ਮੂਹਰੇ ਰਹੇ। ਜਦੋਂ ਮੁਲਕ ਤੇ ਅੰਨ ਦਾ ਸੰਕਟ ਆਇਆ ਤੇ ਪੰਜਾਬੀਆਂ ਨੇ ਆਪਣੀ ਪੂਰੀ ਵਾਹ ਲਾਤੀ, ਭਾਵੇਂ ਸਾਡੀਆਂ ਜ਼ਮੀਨਾਂ ਸਾਡੇ ਪਾਣੀ ਅਸੀਂ ਖਰਾਬ ਕਰ ਲਏ, ਕਿਉਂਕਿ ਪੰਜਾਬ ਹਮੇਸ਼ਾ, ਮੈਨੂੰ ਲੱਗਦਾ ਕੋਈ ਕੁਦਰਤ ਦੀ ਨਾਰਾਜ਼ਗੀ ਹੈ, ਪੰਜਾਬ ਹਮੇਸ਼ਾ ਜ਼ੁਲਮੋ ਸਿਤਮ ਧੱਕੇ ਸਿਆਸੀ ਧੱਕੇ ਸਹਿੰਦਾ ਰਿਹਾ। ਪਹਿਲਾਂ ਤਾਂ ਟੁਕੜਿਆਂ 'ਚ ਵੰਡਿਆ ਗਿਆ, ਅੱਧਾ ਕੁ ਉੱਧਰ ਰਹਿ ਗਿਆ, ਅੱਧਾ ਕੁ ਇੱਧਰ, ਫਿਰ ਇੱਧਰ ਵੀ ਕਈ ਵਾਰੀ ਟੁੱਟਿਆ ਪੰਜਾਬ। ਬਿਲਕੁਲ ਹੈ ਜੀ। ਹੁਣ ਅੱਜ ਪੰਜਾਬ ਦਿਹਾੜਾ ਹੈ, ਸੋ ਮੈਂ ਕਹਿ ਸਕਦਾ ਇਸੇ ਕਰਕੇ ਗਗਨ ਤੁਹਾਨੂੰ ਪੰਜਾਬ ਦਿਹਾੜੇ ਤੇ ਕੋਈ ਬਹੁਤ ਖੁਸ਼ੀਆਂ ਨਹੀਂ ਦੇਖਣ ਨੂੰ ਮਿਲਣਗੀਆਂ। ਸਰਕਾਰੀ ਸਮਾਗਮ ਹੋ ਜਾਂਦੇ ਨੇ ਵੀ ਪੰਜਾਬ ਦਿਹਾੜਾ, ਸਾਨੂੰ ਪੰਜਾਬ ਦਿਹਾੜਾ ਆ ਗਿਆ, ਸਾਨੂੰ ਪੰਜਾਬ ਸੂਬਾ ਮਿਲ ਗਿਆ। ਜਿਹੋ ਜਿਹੇ ਪੰਜਾਬੀ ਸੂਬੇ ਦੀ ਸਾਡੇ ਬਜ਼ੁਰਗਾਂ ਨੇ ਕਾਮਨਾ ਕੀਤੀ ਸੀ ਨਾ ਕਿ ਇਹੋ ਜਿਹਾ ਸਾਡਾ ਪੰਜਾਬੀ ਸੂਬਾ ਹੋਣਾ ਚਾਹੀਦਾ, ਐਡੇ ਸੰਘਰਸ਼ ਜਿਹਦੇ ਪਿੱਛੇ ਹੋਏ, ਉਹ ਮਿਲ ਨਹੀਂ ਸਕਿਆ ਜੀ। ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਵੀ ਸਰਕਾਰਾਂ ਕੇਂਦਰਿਤ ਰਹੀਆਂ ਨੇ ਨਾ ਸੱਤਾ 'ਚ, ਉਹ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਲੀਡਰਾਂ ਦੇ ਮਨਾਂ 'ਚ ਫਰਕ ਆ ਗਿਆ ਜੀ। ਔਰ ਹੁਣ ਵੀ ਤੁਸੀਂ ਦੇਖੋ ਸਾਡੀ ਰਾਜਧਾਨੀ ਹੈ ਨਹੀਂ ਪੰਜਾਬ ਦੀ, ਦੱਸੋ ਰਾਜਧਾਨੀ ਅਸੀਂ ਸਾਂਝੀ ਵਰਤ ਰਹੇ ਹਾਂ ਜੀ। ਚੰਡੀਗੜ੍ਹ ਹੈ ਤਾਂ ਚਲੋ ਸਾਡੀ ਰਾਜਧਾਨੀ ਹੈ, ਸਾਂਝੀ ਕਿਉਂ ਵਰਤ ਰਹੇ ਹਾਂ ਕਿ ਉਹ ਹਰਿਆਣੇ ਦੀ ਵੀ ਬਣਾਤੀ। ਸੋ ਇਸ ਕਰਕੇ ਅੱਜ ਜਿਹੜਾ ਦਿਨ ਹੈ ਇਹ ਵੀ ਯਾਦ ਕਰਨ ਵਾਲਾ ਹੈ ਕਿ ਜੇ ਅੱਜ ਸਾਡੇ ਕਿਸਾਨ ਸੰਘਰਸ਼ ਕਰ ਰਹੇ ਨੇ, ਜੇ ਅੱਜ ਖੇਤੀ ਕਾਨੂੰਨਾਂ ਦੇ ਜ਼ਰੀਏ ਸਾਡੀ ਕਿਸਾਨੀ ਤੇ ਸੰਕਟ ਆ ਗਿਆ ਤੇ ਇਹ ਵੀ ਅਸੀਂ ਅਗਰ ਇਹਨੂੰ ਨਾ ਨਿਬੜੇ ਜੀ ਤੇ ਇਹ ਇੱਕ ਹੋਰ ਧੱਕਾ ਸਿਆਸੀ ਸਾਡੇ ਨਾਲ ਹੋ ਜਾਣਾ ਹੈ। ਸੋ ਇਹਦੇ ਲਈ ਨਿਬੜਨ ਦੇ ਲਈ ਸਾਨੂੰ ਸੂਝ-ਬੂਝ ਵਾਲੀ ਵਿਉਂਤਬੰਦੀ ਬਣਾਉਣ ਦੀ ਲੋੜ ਹੈ। ਪੰਜਾਬੀ ਕਦੇ ਅੰਦੋਲਨਾਂ ਤੋਂ ਭੱਜਦੇ ਨਹੀਂ। ਜ਼ਰੂਰਤ ਦੇ ਹਿਸਾਬ ਨਾਲ ਪੰਜਾਬ 'ਚ ਕਈ ਤਰ੍ਹਾਂ ਦੇ ਅੰਦੋਲਨ ਹੋਏ ਨੇ ਔਰ ਜਦੋਂ ਅੰਗਰੇਜ਼ਾਂ ਦੇ ਖਿਲਾਫ ਜੰਗ ਸੀ ਤੇ ਉਦੋਂ ਪਗੜੀ ਸੰਭਾਲ ਜੱਟਾ ਲਹਿਰ ਮੈਂ ਕਿਤਾਬਾਂ 'ਚ ਪੜ੍ਹਦਾ ਹੁੰਦਾ ਸੀ ਛੋਟਾ ਹੁੰਦਾ ਜੀ। ਹਾਂਜੀ, ਕਿਸਾਨ ਸਭਾ ਬਣੀ, ਪੰਜਾਬੀ ਹਰ ਜਗ੍ਹਾ ਮੂਹਰੇ ਔਰ ਸਾਡੇ ਮੁਲਕ 'ਚ ਜਿੰਨੇ ਸ਼ਹੀਦ ਹੋਏ ਦੇਖੋ ਉਹਨਾਂ 'ਚ ਵੀ ਪੰਜਾਬੀ ਮੂਹਰੇ, ਭਗਤ ਸਿੰਘ ਦੇਖੋ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਜਦੋਂ ਸਾਡੇ ਮੁਲਕ 'ਚ ਬੁੱਤ ਲੱਗਣੇ ਹੁੰਦੇ ਆ ਜੀ, ਉਦੋਂ ਸਭ ਤੋਂ ਵੱਡਾ ਬੁੱਤ ਵੀ ਪੰਜਾਬੀਆਂ ਦਾ ਨਹੀਂ ਲੱਗਦਾ, ਭਾਵੇਂ ਸ਼ਹੀਦੀਆਂ ਸਭ ਤੋਂ ਵੱਧ ਹੋਣ। ਇਹ ਬੇਵਫਾਈ ਨਹੀਂ, ਇਹ ਸਾਡੀਆਂ ਜਿਹੜੀਆਂ ਸਿਆਸੀ ਧਿਰਾਂ, ਸਾਡੇ ਸਮੇਂ ਦੇ ਜਿਹੜੇ ਲੀਡਰ ਨੇ, ਮੈਨੂੰ ਲੱਗਦਾ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਸੀ ਚੱਕਦੀਆਂ ਵੀ ਐਡੇ ਉਹ ਫੈਸਲੇ ਕਰ ਲੈਂਦੇ। ਸੋ ਲੀਡਰ ਸਾਡੇ ਮੁਲਕ ਨੂੰ ਇਹੋ ਜਿਹੇ ਚਾਹੀਦੇ ਨੇ ਜਿਹੜੇ ਲੀਡਰਾਂ ਦੀਆਂ ਲੱਤਾਂ ਉਹਨਾਂ ਦਾ ਭਾਰ ਵੀ ਚੱਕਣ ਤੇ ਮੁਲਕ ਦਾ ਭਾਰ ਵੀ ਚੱਕਣ ਤੇ ਮੁਲਕ ਨੂੰ ਇਨਸਾਫ ਦੇਣ। ਇਹੋ ਜਿਹੇ ਲੀਡਰ ਜਦੋਂ ਸਾਡੇ ਮੁਲਕ 'ਚ ਆ ਗਏ ਇਨਸਾਫ ਦੇਣ ਵਾਲੇ, ਤੇ ਫਿਰ ਕੋਈ ਵੇਲਾ ਆਊਗਾ ਕਿ ਪੰਜਾਬ ਦਿਹਾੜੇ ਮੌਕੇ ਵੀ ਪੰਜਾਬ 'ਚ ਘਿਓ ਦੇ ਦੀਵੇ ਲੋਕ ਬਾਲਣਗੇ, ਮੋਮਬੱਤੀਆਂ ਬਾਲਣਗੇ, ਪਟਾਕੇ ਚਲਾਉਣਗੇ। ਉਂਝ ਥਾਲੀਆਂ ਥੁਲੀਆਂ ਅਸੀਂ ਮੁਸੀਬਤ ਦੇ ਸਮੇਂ ਜਦੋਂ ਪੂਰੇ ਮੁਲਕ 'ਤੇ ਮੁਸੀਬਤ ਹੁੰਦੀ ਆ ਅਸੀਂ ਵੀ ਖੜਕਾ ਲੈਂਦੇ ਹਾਂ ਵੀ ਚਲੋ ਅਸੀਂ ਤੁਹਾਡਾ ਵੀ ਹੌਸਲਾ ਵਧਾ ਲਈਏ। ਪਰ ਪੰਜਾਬੀਆਂ ਦਾ ਅੱਜ ਹੌਸਲਾ ਵਧਾਉਣ ਲਈ ਦੂਜਾ ਮੁਲਕ ਜਿਹੜਾ ਪੂਰਾ ਮੁਲਕ ਹੈ ਉਹ ਨਾਲ ਨਹੀਂ ਖੜਾ। ਸੋ ਅੱਜ ਜਦੋਂ ਪੰਜਾਬ ਦੇ ਕਿਸਾਨਾਂ ਤੇ ਰੋਜ਼ੀ ਰੋਟੀ ਤੇ ਐਡਾ ਵੱਡਾ ਸੰਕਟ ਹੈ ਗਗਨ, ਤੇ ਮੁਲਕ ਦੇ ਦੂਜੇ ਹਿੱਸੇ ਦੇ ਕਿਸਾਨਾਂ ਨੂੰ ਵੀ ਨਾਲ ਆ ਕੇ ਖੜ ਜਾਣਾ ਚਾਹੀਦਾ, ਆਮ ਲੋਕਾਂ ਨੂੰ ਵੀ ਨਾਲ ਆ ਕੇ ਖੜ ਜਾਣਾ ਚਾਹੀਦਾ। ਸੋ ਫਿਰ ਜਿਹੜੀ ਇੱਕ ਮਜ਼ਬੂਤ ਡੈਮੋਕ੍ਰੇਸੀ ਦੀ ਭਾਵਨਾ ਹੈ ਉਹ ਹੋਰ ਮਜ਼ਬੂਤ ਹੋਊਗੀ ਜੀ। ਸੋ ਮੈਂ ਇਹ ਕਹਿਣਾ। ਬਾਕੀ ਜਿਹੜਾ ਤੁਹਾਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਦਾ, ਦੇਖੋ ਸਮੇਂ ਦੀਆਂ ਕਾਂਗਰਸ ਹੈ, ਆਜ਼ਾਦੀ ਤੋਂ ਪਹਿਲਾਂ ਕਾਂਗਰਸ ਹੋਰ ਸੀ, ਆਜ਼ਾਦੀ ਤੋਂ ਬਾਅਦ ਕਾਂਗਰਸ ਹੋਰ ਹੋ ਗਈ। ਹੁਣ ਅੱਜ ਕਾਂਗਰਸ ਦੀ ਹਾਲਤ ਦੇਖੋ ਕਿਹੋ ਜਿਹੀ ਹੋ ਗਈ। ਅਸੀਂ ਤਾਂ ਚਲੋ ਪੰਜਾਬ ਸੂਬੇ ਦਾ ਤਾਂ ਨੁਕਸਾਨ ਹੋਇਆ, ਹੁਣ ਕਾਂਗਰਸ ਆ ਪਾਰਲੀਮੈਂਟ 'ਚ 50 ਸੀਟਾਂ ਨਹੀਂ ਕਾਂਗਰਸ ਤੋਂ ਬਣੀਆਂ। ਜਿਹੜੀ ਕਾਂਗਰਸ ਨੇ ਮੁਲਕ ਆਜ਼ਾਦ ਕਰਾਇਆ, ਅੱਜ ਉਹ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਪਾਰਲੀਮੈਂਟ 'ਚ 50 ਸੀਟਾਂ ਨਹੀਂ ਲਿਜਾ ਸਕੀ। ਕਿਉਂ ਨਹੀਂ ਲਿਜਾ ਸਕੀ? ਕਿਉਂਕਿ ਕਹਿਣੀ ਤੇ ਕਰਨੀ 'ਚ ਫਰਕ ਸੀ। ਆਜ਼ਾਦੀ ਤੋਂ ਪਹਿਲਾਂ ਜਿਹੋ ਜਿਹੀਆਂ ਗੱਲਾਂ, ਜਿਹੋ ਜਿਹੇ ਵਾਅਦੇ ਹੋਏ ਸਾਡੇ ਪੰਜਾਬੀ ਸੂਬੇ ਬਾਰੇ ਵੀ, ਉਹ ਬਾਅਦ ਦੇ ਵਿੱਚ ਮੁੱਕਰਦੇ ਗਏ ਲੀਡਰ ਸਮੇਂ ਤੇ, ਕਦੀ ਕਮਿਸ਼ਨ ਬਣਾਤਾ, ਕਦੀ ਕੁਛ ਬਣਾਤਾ। ਸੋ
ਮੈਂ ਉਹੀ ਗੱਲ ਕਹਿ ਰਿਹਾ, ਜਦੋਂ ਪੋਲੀਟੀਕਲ ਪਾਰਟੀਆਂ ਆਪਣਾ ਸਟੈਂਡ, ਆਪਣੀ ਜ਼ੁਬਾਨ ਕਹਿਣੀ ਤੇ ਕਰਨੀ 'ਚ ਫਰਕ ਲਿਆਉਂਦੀਆਂ ਨੇ, ਫਿਰ ਖੋਰਾ ਲੱਗਣ ਲੱਗ ਜਾਂਦਾ ਹੌਲੀ ਹੌਲੀ ਜੀ। ਇੱਥੇ ਦਰਿਆ ਰੁੜ ਜਾਂਦੇ ਨੇ, ਹੈ ਜੀ। ਪਾਰਟੀਆਂ ਕੀ ਹੈ, ਸੋ ਹੁਣ ਕਾਂਗਰਸ ਹੈ ਜਿਹੜੀ, ਉਹ ਦੇਖੋ 50 ਸੀਟਾਂ ਤੋਂ ਵੀ ਘੱਟ ਰਹਿ ਗਈ ਮੁਲਕ 'ਚ। ਹੁਣ ਬੀਜੇਪੀ ਦੀ ਆਪਾਂ ਗੱਲ ਕਰ ਲਈਏ, ਤੁਸੀਂ ਪੰਜਾਬ ਦੀ ਗੱਲ ਕਰ ਲੈਂਦੇ ਹੋ। ਬੀਜੇਪੀ ਹੁਣ ਪੰਜਾਬ ਨੂੰ ਸਰ ਕਰਨਾ ਚਾਹੁੰਦੀ ਸੀ, ਕਿਉਂਕਿ ਬੀਜੇਪੀ ਦਾ ਟੀਚਾ ਵੀ ਅਸੀਂ ਸਾਰੇ ਸੂਬੇ ਜਿੱਤ ਲਈਏ। ਪਹਿਲਾਂ ਤਾਂ ਬੀਜੇਪੀ ਨੇ ਅੱਖਾਂ ਬੰਦ ਕਰਕੇ ਆੜੀਆਂ ਪਾਈਆਂ ਵੀ ਜਿਹਦੇ ਨਾਲ ਮਰਜ਼ੀ ਆੜੀ ਪਾ ਲਈਏ। ਉਹ ਪੀਡੀਪੀ ਵਾਲੀ ਬੀਬੀ ਹੈ ਮਹਿਬੂਬਾ ਮੁਫਤੀ, ਉਹਨਾਂ ਨਾਲ ਆੜੀ ਪਾ ਲਈ ਪੋਲੀਟੀਕਲ ਤੌਰ ਦੇ ਉੱਤੇ, ਉਹਨਾਂ ਨਾਲ ਸਰਕਾਰ ਬਣਾ ਲਈ। ਚਲੋ ਬਾਅਦ ਦੇ ਵਿੱਚ ਆਪਸ 'ਚ ਮਨ ਮੁਟਾਅ ਹੋਇਆ, ਬੀਜੇਪੀ ਨੇ ਰਾਸ਼ਟਰਪਤੀ ਸ਼ਾਸਨ ਉੱਥੇ ਲਾਤਾ, ਕੇਂਦਰ ਦੀ ਸਰਕਾਰ ਦੀਆਂ ਹਦਾਇਤਾਂ ਸੀ, ਉੱਥੋਂ ਦੇ ਗਵਰਨਰ ਨੇ ਰਾਸ਼ਟਰਪਤੀ ਸ਼ਾਸਨ ਲਾਤਾ, ਰਾਸ਼ਟਰਪਤੀ ਵੱਲੋਂ ਮਨਜ਼ੂਰੀ ਮਿਲ ਗਈ। ਹੁਣ ਗੱਲ ਰਹਿ ਗਈ ਪੰਜਾਬ ਦੀ। ਪੰਜਾਬ 'ਚ ਤਾਂ ਪਹਿਲਾਂ ਅਕਾਲੀ ਦਲ ਨਾਲ ਦੇਖੋ, ਇਹ ਕਹਿੰਦੇ ਸੀ 9 ਮਾਸ ਦਾ ਰਿਸ਼ਤਾ ਹੈ ਅਕਾਲੀ ਜੀ, ਹੈ ਜੀ। ਔਰ ਕਿਤੇ ਨਾ ਕਿਤੇ ਅਕਾਲੀਆਂ ਕਰਕੇ ਪੰਜਾਬ 'ਚ ਬੀਜੇਪੀ ਤਕੜੀ ਵੀ ਹੋ ਗਈ ਜੀ, ਹੈ ਜੀ। ਬੀਜੇਪੀ ਨੂੰ ਪੰਜਾਬ 'ਚ ਤਕੜਾ ਕਰਨ ਲਈ ਵੀ ਅਕਾਲੀ ਜ਼ਿੰਮੇਦਾਰ ਹੈ। ਹੁਣ ਅੱਜ ਅਕਾਲੀ ਬੀਜੇਪੀ ਦੇ ਖਿਲਾਫ ਨੇ। ਸੋ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ ਬੀਜੇਪੀ ਪੰਜਾਬ 'ਚ ਜਨ ਆਧਾਰ ਬੀਜੇਪੀ ਦਾ ਘਟਿਆ ਜਾਂ ਖੁੱਸਿਆ, ਉਹਦੇ ਪਿੱਛੇ ਕਾਰਨ ਇਹ ਹੈ ਕਿ ਫੈਸਲੇ, ਬੀਜੇਪੀ ਦੀ ਕੋਸ਼ਿਸ਼ ਸੀ ਅਸੀਂ ਪੰਜਾਬ 'ਚ ਵੀ ਆਪਣੇ ਦਮ ਤੇ ਸਰਕਾਰ ਬਣਾ ਲਈਏ। ਬੀਜੇਪੀ ਚਾਹੁੰਦੀ ਸੀ ਪੰਜਾਬ 'ਚ ਆਪਣੇ ਦਮ ਤੇ ਸਰਕਾਰ ਬਣੇ, ਯਤਨ ਵੀ ਕੀਤੇ। ਬਹੁਤ ਸਾਡੇ ਸਿੱਖ ਲੀਡਰ ਨੇ ਬੀਜੇਪੀ 'ਚ ਜਾ ਰਹੇ ਸੀ, ਕਈ ਸਾਡੇ ਕਿਸਾਨ ਆਗੂ ਆ ਬੀਜੇਪੀ 'ਚ ਚਲੇ ਗਏ ਸੀ। ਔਰ ਬੀਜੇਪੀ ਵੀ ਪੰਜਾਬ 'ਚ ਦੇਖੋ ਸਨੀ ਦਿਓਲ ਨੂੰ ਲਿਆਈ ਮਹਾਰਾਸ਼ਟਰ ਤੋਂ ਬੀਜੇਪੀ ਜੀ। ਉਹ ਅੱਜ ਕੱਲ੍ਹ ਫਿਲਮਾਂ 'ਚ ਤਾਂ ਘੱਟ ਆਉਂਦਾ, ਕਹਿੰਦੇ ਉਹਦੇ ਭਰਾ ਨੇ ਕੋਈ ਵੈਬ ਸੀਰੀਜ਼ 'ਚ ਨਜ਼ਰ ਆਉਂਦਾ ਅੱਜ ਕੱਲ੍ਹ। ਮੈਂ ਤਾਂ ਦੇਖੀ ਨਹੀਂ, ਖੈਰ ਉਹ ਵੈਬ ਸੀਰੀਜ਼ਾਂ ਮੈਨੂੰ ਹਜੇ ਪਤਾ ਨਹੀਂ ਕਿਵੇਂ ਦੇਖੀ ਦੀਆਂ, ਦੇਖਾਂਗੇ ਹੌਲੀ ਹੌਲੀ, ਸਮਾਂ ਲੱਗੂ। ਉਹ ਸਨੀ ਦਿਓਲ ਨੂੰ ਵੀ ਲਿਆਏ, ਉਹ ਪੁਰੀ ਸਾਹਿਬ ਨੂੰ ਲਿਆਏ ਦਿੱਲੀੋਂ, ਉਸ ਤੋਂ ਪਹਿਲਾਂ ਜੇਟਲੀ ਸਾਹਿਬ ਨੂੰ ਵੀ ਲਿਆਏ ਸੀ, ਉਹਨਾਂ ਦੇ ਤਾਂ ਚਲੋ ਨਾਨਕੇ ਵੀ ਹੈ ਪੰਜਾਬ 'ਚ। ਪੁਰੀ ਸਾਹਿਬ ਨੂੰ ਲਿਆਏ, ਪੁਰਾਣੇ ਸਮਿਆਂ ਤੋਂ ਪੁਰੀ ਸਾਹਿਬ ਦਾ ਵੀ ਸੰਬੰਧ ਪੰਜਾਬ ਨਾਲ ਹੈ। ਚਲੋ ਪੰਜਾਬ ਨਾਲ ਤਾਂ ਸੰਬੰਧ ਸਾਰਿਆਂ ਦਾ ਹੀ ਹੈ, ਮੈਂ ਕਹਿੰਦਾ ਕਿਹਦਾ ਨਹੀਂ ਹੈ ਪੰਜਾਬ ਨਾਲ ਸੰਬੰਧ। ਹੁਣ ਇਹ ਸਾਰੇ ਲੀਡਰ ਜਿਹੜੇ ਲਗਾਤਾਰ ਜੱਦੋ ਜਹਿਦ ਸੀ, ਸਾਡੇ ਸਾਬਕਾ ਅਫਸਰ ਸੀ ਇੱਕ ਚੰਨੀ ਸਾਹਿਬ, ਉਹ ਵੀ ਬੀਜੇਪੀ 'ਚ ਚਲੇ ਗਏ। ਪਰ ਹੁਣ ਕਿਸਾਨਾਂ ਦੇ ਜਦੋਂ ਮਸਲੇ ਆ ਗਏ, ਕਾਨੂੰਨ ਬਣਾਉਣ ਦੇ ਮਸਲੇ ਆ ਗਏ, ਤੇ ਕਾਨੂੰਨ 'ਚ ਉਹ ਮੱਦਾਂ ਪੈ ਗਈਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਮਾਫਕ ਨਹੀਂ ਸੀ ਜੀ। ਤੇ ਹੁਣ ਤੁਸੀਂ ਫਰਕ ਦੇਖ ਲਓ, ਬੀਜੇਪੀ ਦੇ ਭਾਵੇਂ ਯੁਵਾ ਮੋਰਚਾ ਬੀਜੇਪੀ ਦਾ, ਭਾਵੇਂ ਮੇਨ ਮੁੱਖ ਪਾਰਟੀ ਹੈ ਬੀਜੇਪੀ ਦਾ ਸੰਗਠਨ ਹੈ, ਵੱਡੇ ਵੱਡੇ ਲੀਡਰ ਜਿਹੜੇ ਦੂਜੀਆਂ ਪਾਰਟੀਆਂ 'ਚ ਨਾ ਹੋ ਕੇ ਬੀਜੇਪੀ 'ਚ ਸੀ ਜਾਂ ਕਿਸਾਨਾਂ ਨਾਲ ਜੁੜੇ ਹੋਏ ਲੀਡਰ ਸੀ, ਉਹ ਸਾਰੇ ਅਸਤੀਫੇ ਦੇਈ ਜਾਂਦੇ ਬੀਜੇਪੀ 'ਚ। ਵਿਹਲੀ ਹੋ ਜਾਂਦੀ ਪੰਜਾਬ 'ਚ ਬੀਜੇਪੀ, ਹੈ ਜੀ। ਜਿਵੇਂ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਨਾ, 8 ਪੀਰੀਅਡ ਲੱਗਦੇ ਸੀ। ਪਹਿਲੇ ਪੀਰੀਅਡ 'ਚ ਫੁੱਲ ਹਾਜ਼ਰੀ ਜੀ, ਦੂਜੇ ਤੀਜੇ ਚੌਥੇ ਪੀਰੀਅਡ ਤੱਕ ਚਲੋ ਹਾਜ਼ਰੀ ਚੱਲੀ ਜਾਂਦੀ ਸੀ ਜੀ, ਅੱਧੀ ਛੁੱਟੀ ਹੋ ਜਾਂਦੀ ਸੀ ਲੰਚ ਟਾਈਮ ਜੀ। ਉਸ ਤੋਂ ਬਾਅਦ 6ਵਾਂ 7ਵਾਂ 8ਵਾਂ ਪੀਰੀਅਡ ਸੀ। ਸੋ 6ਵੇਂ 7ਵੇਂ 8ਵੇਂ ਪੀਰੀਅਡ 'ਚ ਗਿਣਤੀ ਘਟਣਾ, ਅੱਧੇ ਤਾਂ ਛੁੱਟੀ ਤੋਂ ਬਾਅਦ ਹੀ ਨਹੀਂ ਸੀ ਆਉਂਦੇ, ਅੱਧੀ ਛੁੱਟੀ ਤੋਂ ਬਾਅਦ ਜੀ ਉਹ ਚਲੇ ਜਾਂਦੇ ਸੀ। ਫਿਰ 6ਵੇਂ ਤੋਂ ਬਾਅਦ ਫਿਰ ਕੁਛ ਨਿਕਲ ਜਾਣੇ, 7ਵੇਂ 8ਵੇਂ ਫਿਰ ਘਟਦੇ ਜਾਂਦੇ ਸੀ। ਹੁਣ ਉਹ ਸਥਿਤੀ ਬੀਜੇਪੀ ਦੀ ਹੈ ਕਿ ਛੁੱਟੀ ਹੋਣ ਵਾਲੀ ਹੈ ਬੀਜੇਪੀ ਦੀ 2022 ਦੀਆਂ ਇਲੈਕਸ਼ਨਾਂ 'ਚ। ਜੀ, ਹਜੇ ਤਾਂ ਚਲੋ ਆਪਾਂ ਨਹੀਂ ਕਹਿੰਦੇ ਛੁੱਟੀ ਹੋਣ ਵਾਲੀ ਹੈ, ਲੋਕਾਂ ਨੇ ਇਹ ਦੱਸਣਾ ਵੀ ਛੁੱਟੀ ਹੋਣ ਵਾਲੀ ਹੈ ਜਾਂ ਨਹੀਂ। ਪਰ ਲੀਡਰ ਛੱਡਣ ਲੱਗ ਗਏ, ਜਿਵੇਂ ਕਲਾਸਾਂ 'ਚ ਉੱਠ ਵਿਦਿਆਰਥੀ ਜਾਂਦੇ ਆ ਵੀ ਸਮਾਂ ਬਹੁਤ ਹੋ ਗਿਆ। ਤੇ ਕਈ ਵਾਰੀ ਇਹ ਹੁੰਦਾ ਸੀ ਕਿ 4 ਵਜੇ ਨੂੰ ਆਖਰੀ ਪੀਰੀਅਡ ਹੁੰਦਾ ਸੀ, 5-7 ਹੀ ਹੁੰਦੇ ਸੀ ਮੇਰੇ ਵਰਗੇ। ਤੇ ਕਿਤੇ ਉਹ ਨਾ ਹੋਵੇ ਵੀ ਜਦੋਂ ਨੂੰ 2022 ਦੀਆਂ ਇਲੈਕਸ਼ਨਾਂ ਹੋਣ ਬੀਜੇਪੀ 'ਚ ਲੀਡਰ ਹੀ ਨਾ ਲੱਭਣ। ਬਿਲਕੁਲ। ਇਸ ਕਰਕੇ ਬੀਜੇਪੀ ਨੂੰ ਜਨ ਭਾਵਨਾ ਸਮਝਣੀ ਚਾਹੀਦੀ ਹੈ। ਹੁਣ ਜਿਹੜੇ ਬੀਜੇਪੀ ਦੇ ਲੀਡਰ ਹੈ ਉਹ ਅਸਤੀਫੇ ਦੇ ਰਹੇ ਨੇ, ਇਹਦਾ ਮਤਲਬ ਕੀ ਹੈ? ਉਹ ਲੋਕ ਤਾਂ ਬੀਜੇਪੀ ਦੀ ਆਈਡੀਓਲੋਜੀ ਵਾਲੇ ਆ ਨਾ, ਉਹ ਲੋਕ ਤਾਂ ਬੀਜੇਪੀ ਦੀ ਸੋਚ ਦਾ ਸਮਰਥਨ ਕਰਦੇ ਆ ਨਾ। ਉਹ ਅਸੀਂ ਜਾਂ ਤੁਸੀਂ ਧੱਕੇ ਨਾਲ ਥੋੜੀ ਬੀਜੇਪੀ 'ਚ ਭੇਜਤੇ। ਬਿਲਕੁਲ। ਜਿਵੇਂ ਕਈ ਲੋਕ ਕਹਿੰਦੇ ਸੀ ਵੀ ਆਪ 'ਚ ਵੀ ਸਾਡੇ 'ਚ ਦੂਜੀਆਂ ਪਾਰਟੀਆਂ ਨੇ ਲੀਡਰ ਬਾੜਤੇ, ਗਲਤੀਆਂ ਆਪ ਦੀਆਂ ਸੀ ਜੀ। ਕਹਿੰਦੇ ਦੂਜੀਆਂ ਪਾਰਟੀਆਂ ਨੇ ਲੀਡਰ ਬਾੜਤੇ। ਦੱਸੋ, ਇਹ ਮਸਮੀਆਂ ਥੋੜੀ ਹੁੰਦੇ ਲੀਡਰ ਵੀ ਮਸ਼ੀਨ 'ਚ ਪਾ ਦਾਂਗੇ, ਹੈ ਜੀ, ਰਸ ਕੱਢਣ ਲਈ। ਸੋ ਇਸ ਕਰਕੇ ਇਹ ਹੁਣ ਬੀਜੇਪੀ ਦੇ ਵਿੱਚ ਲਗਾਤਾਰ ਲੀਡਰਾਂ ਦੇ ਅਸਤੀਫੇ ਤੋਂ ਭਾਰਤੀ ਜਨਤਾ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਵੀ ਸਾਡੇ ਆਪਣੇ ਲੀਡਰ ਹੀ ਜਿਹੜੇ ਸਾਡੀ ਆਈਡੀਓਲੋਜੀ ਨੂੰ ਮੰਨਦੇ ਆ ਅਸਤੀਫੇ ਦੇਈ ਜਾਂਦੇ ਨੇ, ਭਾਵੇਂ ਕਿਸਾਨ ਲੀਡਰ ਨੇ ਭਾਵੇਂ ਗੈਰ ਕਿਸਾਨ ਨੇ ਜੀ। ਇਹਦਾ ਮਤਲਬ ਕੀ ਹੈ ਕਿ ਘੜਾ ਤਿੜਕ ਗਿਆ ਕਿਤੇ ਨਾ ਕਿਤੇ। ਬਿਲਕੁਲ। ਵੀ ਉਹ ਤੇ ਸੀਮੈਂਟ ਸੁਮੈਂਟ ਲਾਓ ਜਾਂ ਮਿੱਟੀ ਲਾਓ, ਉਹਨੂੰ ਸਾਂਭੋ। ਭਾਵ ਕਿ ਜਿਹੜੇ ਕਿਸਾਨਾਂ ਦੇ ਕਾਨੂੰਨ ਨੇ ਉਹਨਾਂ ਬਾਰੇ ਦੁਬਾਰਾ ਵਿਚਾਰ ਕਰੋ, ਕਿਸਾਨਾਂ ਨੂੰ ਬੁਲਾਓ, ਕਿਸਾਨਾਂ ਨਾਲ ਰਾਬਤਾ ਤੋੜੋ। ਰੇਲ ਬੰਦ ਕਰਕੇ ਕੁਝ ਨਹੀਂ ਹੋਣਾ ਜੀ, ਰੇਲ ਬੰਦ ਕਰਕੇ ਕੁਝ ਨਹੀਂ ਹੋਣਾ। ਪੰਜਾਬੀ ਗੱਡਿਆਂ ਤੇ ਤੁਰਨ ਵਾਲੇ ਲੋਕ ਰਹੇ ਨੇ, ਅਸੀਂ ਤਾਂ ਗੱਡਿਆਂ ਤੇ ਚਲੇ ਜਾਂਦੇ ਸੀ। ਪੁਰਾਣੇ ਸਮਿਆਂ 'ਚ ਮੈਨੂੰ ਦੱਸਦੇ ਸੀ ਬਜ਼ੁਰਗ ਵੀ ਗੱਡਿਆਂ ਦੇ ਉੱਤੇ ਹੀ ਦਿੱਲੀ ਚਲੇ ਜਾਈਦਾ ਸੀ ਜੀ, ਹੈ ਜੀ। ਹਾਲਾਂਕਿ ਰੇਲ ਗੱਡੀਆਂ ਦੀਆਂ ਲਾਈਨਾਂ ਵੀ ਸਾਡੇ ਮੁਲਕ 'ਚ ਬਹੁਤੇ ਸਮੇਂ ਦੀਆਂ ਉਹ ਆਪਾਂ ਅੰਗਰੇਜ਼ਾਂ ਤੋਂ ਹੀ ਵਿਛਵਾਈਆਂ ਨੇ ਜੀ, ਹੈ ਨਾ। ਭਾਵੇਂ ਸਾਡੇ ਵੀ ਲੋਕ ਉਦੋਂ ਨਾਲ ਲੱਗੇ ਹੋਣੇ ਲੈਣਾ ਵਿਛਾਉਣ, ਪਰ ਉਹ ਵਿਛਵਾਈਆਂ ਆਪਾਂ ਅੰਗਰੇਜ਼ਾਂ ਤੋਂ ਹੀ ਸੀ। ਸੋ ਗੱਡੀਆਂ ਗੁੱਡੀਆਂ ਦਾ ਇਹ
ਕਿ ਗੱਡੀਆਂ ਨਹੀਂ ਚੱਲਣਗੀਆਂ। ਇਹ ਮਾਨਸਿਕ ਦਬਾਅ ਜਿਹੜੇ ਪਾਉਣ ਵਾਲੀਆਂ ਸਥਿਤੀਆਂ 'ਚ ਲਿਆਉਂਦੀਆਂ ਨੇ ਸਰਕਾਰਾਂ ਸੂਬੇ ਦੀਆਂ, ਕੇਂਦਰ ਦੀਆਂ। ਜੀ ਇਸ ਕੰਪੀਟੀਸ਼ਨ 'ਚ ਕੁਝ ਨਹੀਂ ਨਿਕਲਦਾ। ਇਹਦਾ ਨੁਕਸਾਨ ਹੈ ਜੀ, ਇਹਦਾ ਨੁਕਸਾਨ ਹੈ। ਸੋ ਇਹ ਸਾਰੇ ਹਾਲਾਤਾਂ ਕਰਕੇ ਨਿਸ਼ਚਿਤ ਤੌਰ ਦੇ ਉੱਤੇ, ਕਿਉਂਕਿ ਬੀਜੇਪੀ ਜੀ ਦਾ ਇੱਕ ਮਾਹੌਲ ਬਣ ਰਿਹਾ ਸੀ, ਪੰਜਾਬ ਦੇ ਲੋਕ ਖੁਸ਼ ਹੋਏ ਸੀ ਵੀ ਦੇਖੋ ਮੋਦੀ ਸਾਹਿਬ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਤੇ ਮੋਦੀ ਸਾਹਿਬ ਆਏ ਨੇ। ਬਿਲਕੁਲ ਉਹ ਤਾਂ ਚਲੋ ਐਡੀ ਮਹਾਮਾਰੀ ਮਾੜੀ ਆ ਗਈ, ਪਰ ਦੇਖੋ ਹੁਣ ਵੀ ਉਹ ਹੁਣ ਲਾਂਘਾ ਹਜੇ ਤੱਕ ਖੁੱਲਿਆ ਨਹੀਂ। ਫਿਰ ਲੋਕ ਮੰਗ ਕਰ ਰਹੇ ਆ ਵੀ ਸਾਰੀ ਦੁਨੀਆ ਖੋਲਤੀ, ਆਪਾਂ ਪੰਜਾਬ ਇੰਡੀਆ ਲਗਭਗ ਸਾਰਾ ਖੁੱਲ ਗਿਆ। ਅੱਜ ਪੰਜਾਬ 'ਚ ਸਿਨੇਮੇ ਵੀ ਖੁੱਲ ਗਏ ਜੀ, ਸਿਨੇਮੇ ਵੀ ਖੁੱਲ ਗਏ ਜਿਹ 'ਚ ਤੁਸੀਂ ਨਾਲ ਬਹਿ ਕੇ ਫਿਲਮਾਂ ਦੇਖ ਸਕਦੇ ਹੋ। ਕਹਿੰਦੇ 50% ਕਪੈਸਿਟੀ ਨਾਲ ਸਿਨੇਮੇ ਖੁੱਲ ਗਏ ਤੇ ਲਾਂਘਾ ਕਰਤਾਰਪੁਰ ਸਾਹਿਬ ਦਾ ਵੀ ਖੁੱਲ ਸਕਦਾ। ਬਿਲਕੁਲ। ਸੋ ਮੋਦੀ ਸਾਹਿਬ ਦਾ ਬੜਾ ਧੰਨਵਾਦ ਕੀਤਾ ਸੀ ਸਾਰਿਆਂ ਨੇ ਜਦੋਂ ਲਾਂਘਾ ਖੁੱਲਿਆ। ਸਿੱਧੂ ਦੇ ਬਹੁਤ ਐਫਰਟ ਰਹੇ ਇਹਦੇ ਪਿੱਛੇ। ਸਿੱਧੂ ਨੂੰ ਤਾਂ ਮੈਂ ਡਾਕੀਆ ਕਹਿੰਦਾ ਹੁਣ, ਬਿਲਕੁਲ ਵੀ ਸੁਨੇਹਾ ਲੈ ਕੇ ਆਇਆ ਸੀ ਸਿੱਧੂ। ਸੋ ਇਸ ਕਰਕੇ ਹੁਣ ਬੀਜੇਪੀ ਉਹਨਾਂ ਸਥਿਤੀਆਂ 'ਚ ਖੜੀ ਹੈ ਕਿ ਬੀਜੇਪੀ ਨੂੰ ਕੁਝ ਕਰਨਾ ਪਊਗਾ। ਬੀਜੇਪੀ ਜੇ ਕੁਝ ਨਹੀਂ ਕਰੂਗੀ ਤੇ ਐਂ ਸਿਆਸੀ ਖੋਰਾ ਲੱਗਣਾ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੂੰ ਲੱਗਿਆ ਸੀ 2017 ਤੋਂ ਪਹਿਲਾਂ। ਬਿਲਕੁਲ। ਜਿਹੜੇ ਸਿਆਣੇ ਬੰਦੇ ਸੀ ਇਹਨਾਂ ਨੇ ਤੋੜਤੇ, ਜੀ ਜਿਹੜੇ ਬਾਹਲੇ ਸਿਆਣੇ ਸੀ ਉਹਨਾਂ ਤੋਂ ਸੰਭਲੀ ਨਹੀਂ ਪਾਰਟੀ। ਬਿਲਕੁਲ। ਸੋ ਇਹ ਸਥਿਤੀਆਂ ਨੇ ਸਿਆਸੀ ਤੌਰ ਤੇ। ਜੀ ਡੱਲਾ ਸਾਹਿਬ, ਇਸ ਇਲਜ਼ਾਮ ਦੇ ਵਿੱਚ ਕਿੰਨਾ ਕੁ ਦਮ ਵੇਖ ਰਹੇ ਹੋ ਜਿਹੜਾ ਬੀਜੇਪੀ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਲਾਇਆ ਜਾ ਰਿਹਾ ਕਿ ਜਿੰਨੇ ਕਿਸਾਨ ਧਰਨਿਆਂ ਦੇ ਉੱਤੇ ਬੈਠੇ ਨੇ ਉਹ ਕਾਂਗਰਸ ਦੀ ਸ਼ਹਿਰ ਦੇ ਉੱਤੇ ਨੇ ਜਾਂ ਕਾਂਗਰਸੀ ਵਰਕਰ ਨੇ? ਦੇਖੋ ਰਣਨੀਤੀ ਹੁੰਦੀ ਹੈ ਜੀ, ਇਹ ਰਣਨੀਤੀ ਹੁੰਦੀ ਹੈ। ਹਰੇਕ ਪੋਲੀਟੀਕਲ ਪਾਰਟੀ ਦੀ ਆਪਣੀ ਰਣਨੀਤੀ ਹੈ। ਹੁਣ ਬੀਜੇਪੀ ਵਾਲਿਆਂ ਨੇ ਰਣਨੀਤੀ ਬਣਾ ਲਈ। ਹੁਣ ਬੀਜੇਪੀ ਵਾਲੇ ਕਹਿੰਦੇ ਵੀ ਕਿਸਾਨ ਗੁੰਮਰਾਹ ਕਰਤੇ ਜੀ, ਹੈ ਜੀ। ਬੀਜੇਪੀ ਵਾਲੇ ਕਹਿੰਦੇ ਕਿਸਾਨ ਗੁੰਮਰਾਹ ਹੋ ਗਏ। ਦਿਨ ਰਾਤ ਮੱਕੀ ਬੀਜਣ ਵਾਲਾ, ਝੋਨਾ ਬੀਜਣ ਵਾਲਾ, ਕਣਕ ਬੀਜਣ ਵਾਲਾ, ਅੱਧੀ ਅੱਧੀ ਰਾਤ ਨੂੰ 3 ਵਾਰ ਉੱਠ ਕੇ ਪਿੰਡ 'ਚੋਂ ਮੋਟਰ ਚੈੱਕ ਕਰਨ ਜਾਣ ਵਾਲਾ ਗੁੰਮਰਾਹ ਹੋ ਸਕਦਾ ਬਿਲਕੁਲ ਹੈ ਜੀ। ਭਗਤ ਸਿੰਘ ਨਹੀਂ ਗੁੰਮਰਾਹ ਹੋ ਗਿਆ ਸਾਡਾ, ਜੀ ਹੈ ਜੀ। ਹੋਇਆ ਭਗਤ ਸਿੰਘ ਗੁੰਮਰਾਹ? ਬਿਲਕੁਲ ਨਹੀਂ। ਫੋਟੋਆਂ ਆਉਂਦੀਆਂ ਨੇ ਨਾ, ਦੇਖੋ ਜੇਲ੍ਹ 'ਚ ਵੀ ਮੰਜੇ ਤੇ ਬੈਠਾ ਕਿਤਾਬ ਲਿਖ ਰਿਹਾ ਸੀ। ਬਿਲਕੁਲ। ਪੜ੍ਹੋ ਸ਼ਹੀਦ ਭਗਤ ਸਿੰਘ ਦੀ ਕਿਤਾਬ, ਉਹਦੀ ਜੀਵਨੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਅੱਜ ਕੱਲ੍ਹ ਦੀ ਨੌਜਵਾਨੀ ਨੂੰ। ਸੋ ਕਿਸਾਨ ਕਿੱਥੋਂ ਗੁੰਮਰਾਹ ਹੋ ਜੂ? ਕਿਸਾਨ ਭਗਤ ਸਿੰਘ ਹੈ ਜੀ, ਜਜ਼ਬਾ ਹੈ, ਲੜਦਾ ਹੈ ਪੂਰੇ ਮੁਲਕ ਲਈ ਖੇਤਾਂ 'ਚ ਰੋਜ਼। ਪੂਰੇ ਮੁਲਕ ਨੂੰ ਬਾਹਰੋਂ ਅਨਾਜ ਆਉਂਦਾ ਸੀ ਸਾਡੇ ਮੁਲਕ 'ਚ, ਸਾਰਿਆਂ ਨੂੰ ਪਤਾ ਅਮਰੀਕਾ ਤੋਂ ਆਉਂਦਾ ਸੀ ਅਮਰੀਕਾ ਤੋਂ। ਬਿਲਕੁਲ। ਹੁਣ ਇਹ ਕਿਸਾਨਾਂ ਦੀ ਜੱਦੋਜਹਿਦ ਹੀ ਹੈ ਨਾ। ਸਾਡੇ ਦਰਿਆ ਵੰਡੇ ਗਏ, ਚਲੋ ਕੋਈ ਨਹੀਂ, 2.5 ਰਹਿ ਗਏ, 2 ਇੱਧਰ 2 ਉੱਧਰ ਤੇ 1 ਵਿੱਚ ਵਿਚਾਲੇ ਹੈ। ਪਰ ਜ਼ਮੀਨ ਜਿਹੜੀ ਵੰਡੀ ਗਈ ਸਾਡੇ ਹਿੱਸੇ ਆਈ, ਉਹਦੇ ਤੋਂ ਇੰਨਾ ਅਨਾਜ ਪੈਦਾ ਕੀਤਾ ਕਿਸਾਨਾਂ ਨੇ ਗਗਨ ਜੀ, ਤੇ ਉਹ ਕਿਸਾਨ ਗੁੰਮਰਾਹ ਹੋ ਜੂ। ਭਾਵੇਂ ਕਾਇਦਾ ਨਾ ਪੜ੍ਹਿਆ ਹੋਵੇ ਅੰਗਰੇਜ਼ੀ ਦਾ ਕਿਸਾਨ ਨੇ, ਪਰ ਖੇਤੀਬਾੜੀ ਯੂਨੀਵਰਸਿਟੀ ਵਾਲੇ ਜਦੋਂ ਕਿਸੇ ਦਵਾਈ ਦਾ ਛਿੜਕਾਅ ਕਰਨ ਲਈ ਦੱਸਦੇ ਆ, ਉਹ ਸਾਰੀਆਂ ਦਵਾਈਆਂ ਅੰਗਰੇਜ਼ੀ ਦੀਆਂ ਨੇ ਜੀ, ਹਾਂਜੀ। ਉਹ ਸਾਰੇ ਨਾਮ ਯਾਦ ਹੈ ਕਿਸਾਨ ਨੂੰ, ਭਾਵੇਂ ਅੰਗਰੇਜ਼ੀ ਦਾ ਕਾਇਦਾ ਨਾ ਪੜ੍ਹਿਆ ਹੋ। ਬਿਲਕੁਲ। ਅੰਗਰੇਜ਼ੀ ਦੀਆਂ ਸਾਰੀਆਂ ਦਵਾਈਆਂ ਵੀ ਕਦੋਂ ਰਸਾਇਣਕ ਖਾਦਾਂ ਪਾਉਣੀਆਂ, ਕਦੋਂ ਖਾਦ ਪਾਉਣੀ ਹੈ, ਕਦੋਂ ਛਿੜਕਾਅ ਕਰਨਾ ਕਿਸੇ ਕੈਮੀਕਲ ਦਾ, ਦੁਕਾਨ ਤੋਂ ਕੈਮੀਕਲ ਨਾ ਲੈ ਕੇ ਆਉਂਦੇ ਆ। ਬਿਲਕੁਲ। ਪਰ ਬਦਨਸੀਬੀ ਵੀ ਆ, ਉਹ ਕੈਮੀਕਲ ਪੀਂਦੇ ਵੀ ਆ, ਕਈ ਦੇਖੋ ਆਤਮ ਹੱਤਿਆ ਕਰ ਲੈਂਦੇ ਆ। ਬਿਲਕੁਲ। ਭਾਵੇਂ ਅੰਗਰੇਜ਼ੀ ਦਾ ਕਾਇਦਾ ਨਹੀਂ ਪੜ੍ਹਿਆ ਸਾਡੇ ਕਈ ਕਿਸਾਨਾਂ ਨੇ। ਮਤਲਬ ਕਿਸਾਨ ਗੁੰਮਰਾਹ ਨਹੀਂ ਹੋ ਸਕਦਾ, ਕਿਸਾਨ ਦੁਖੀ ਹੋ ਸਕਦਾ, ਦੁਖੀ ਆ ਕਿਸਾਨ। ਸੋ ਕਿਸਾਨ ਗੁੰਮਰਾਹ ਨਹੀਂ। ਇਹ ਇੱਕ ਸਿਆਸੀ ਫਾਰਮੂਲਾ ਕੱਢ ਲਿਆ ਬੀਜੇਪੀ ਵਾਲਿਆਂ ਨੇ ਵੀ ਪੰਜਾਬ 'ਚ ਕਿਸਾਨ ਅੰਦੋਲਨ ਕਰ ਰਹੇ ਨੇ। ਕਹਿ ਦਿਓ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਨੇ। ਕਹਿੰਦੇ ਰਾਹੁਲ ਗਾਂਧੀ ਦੇ ਕਹਿਣ ਤੇ ਪੁਤਲੇ ਫੂਕਤੇ ਪ੍ਰਧਾਨ ਮੰਤਰੀ ਦੇ ਜੀ, ਵੀ ਜੇ ਰਾਹੁਲ ਗਾਂਧੀ ਐਡਾ ਮਹਾਨ ਹੁੰਦਾ ਤੇ ਪੰਜਾਬ 'ਚ ਸਨੀ ਦਿਓਲ ਜਿੱਤਦਾ ਹੈ ਜੀ, ਸੁਖਬੀਰ ਵਾਲਾ ਜੋੜਾ ਜਿੱਤਦਾ ਫਿਰੋਜ਼ਪੁਰ ਤੋਂ ਤੇ ਬਠਿੰਡੇ ਤੋਂ, ਜੀ, ਫਿਰ ਆ ਸੋਮ ਪ੍ਰਕਾਸ਼ ਜਿੱਤਦਾ ਫਗਵਾੜੇ ਤੋਂ। ਜੇ ਰਾਹੁਲ ਗਾਂਧੀ ਐਡਾ ਮਹਾਨ ਹੁੰਦਾ ਪੰਜਾਬੀਆਂ ਦੇ ਲਈ। ਰਾਹੁਲ ਗਾਂਧੀ ਵੀ ਸਧਾਰਨ ਲੀਡਰ ਹੈ। ਰਾਹੁਲ ਗਾਂਧੀ ਨੇ ਕਿਹੜਾ ਕੋਈ ਬਹੁਤ ਪੰਜਾਬ 'ਚ ਕੋਈ ਬਹੁਤ ਵੱਡੀ ਦੇਣ ਦੇਤੀ ਵੀ ਆਹ ਰਾਹੁਲ ਗਾਂਧੀ ਦੀ ਦੇਣ ਹੈ ਜੀ ਪੰਜਾਬ ਨੂੰ। ਜੀ, ਇਸ ਕਰਕੇ ਅੰਦੋਲਨ ਨੂੰ ਖਤਮ ਕਰਨਾ। ਦੇਖੋ ਮੈਂ ਅੰਗਰੇਜ਼ਾਂ ਦੀ ਪਾਲਿਸੀ ਕੀ ਸੀ, ਜਿਹੜੇ ਆਪਾਂ ਭਜਾਏ ਇੱਥੋਂ, ਪਾੜੋ ਤੇ ਰਾਜ ਕਰੋ। ਜੀ, ਤੇ ਸਾਡੇ ਕਈ ਲੀਡਰ ਇਹੋ ਜਿਹੇ ਨੇ, ਉਹਨਾਂ ਦੀ ਪਾਲਿਸੀ ਕੀ ਹੈ ਗਗਨ? ਕਨਫਿਊਜ਼ ਐਂਡ ਰੂਲ। ਜੀ, ਕਿ ਦੁਚਿੱਤੀ 'ਚ ਪਾ ਦਿਓ ਤੇ ਰਾਜ ਕਰੋ। ਕਈ ਲੀਡਰ ਸਾਡੇ ਇਹੋ ਜਿਹੇ ਨੇ, ਉਹ ਦੁਚਿੱਤੀ 'ਚ ਪਾਈ ਜਾਂਦੇ। ਕਹਿੰਦੇ ਵਿਰੋਧੀ ਪਾਰਟੀਆਂ ਨੇ ਗੁੰਮਰਾਹ ਕਰਤੇ ਕਿਸਾਨ। ਹੁਣ ਵਿਰੋਧੀ ਪਾਰਟੀਆਂ 'ਚੋਂ ਪੰਜਾਬ 'ਚ ਵਿਰੋਧੀ ਪਾਰਟੀ ਕੌਣ ਹੈ? ਸੱਤਾ ਕਾਂਗਰਸ ਦੀ ਹੈ। ਬਿਲਕੁਲ। ਵਿਰੋਧੀ ਪਾਰਟੀ ਕੌਣ ਹੋਈ ਪੰਜਾਬ 'ਚ? ਬੀਜੇਪੀ। ਜੀ, ਵਿਰੋਧੀ ਪਾਰਟੀ ਆਮ ਆਦਮੀ ਹੈ, ਅਕਾਲੀ ਨੇ। ਜੀ, ਜੇ ਕੇਂਦਰ ਵਾਲਿਆਂ ਦੀ ਵਿਰੋਧੀ ਮੰਨ ਲਈਏ ਕਾਂਗਰਸ ਹੈ। ਹੁਣ ਪੰਜਾਬ ਦੀ ਕਾਂਗਰਸ ਤੁਹਾਨੂੰ ਲੱਗਦਾ ਗਗਨ ਕਿ ਕਿਸਾਨਾਂ ਨੂੰ ਗੁੰਮਰਾਹ ਕਰ ਦੂ? ਬਿਲਕੁਲ। ਕਾਂਗਰਸ ਤਾਂ ਅੱਧੀ ਪਚੱਧੀ ਆਪ ਗੁੰਮਰਾਹ ਹੋਈ ਪਈ। ਜੀ, ਉਹ ਤਾਂ ਆਪ ਉਹਨਾਂ ਦੇ ਭਾਂਡੇ ਖੜਕੀ ਜਾਂਦੇ, ਬਿਲਕੁਲ ਜੀ, ਸੈਂਟਰ ਦੇ ਤੇ ਪੰਜਾਬ ਵਾਲਿਆਂ ਦੇ ਕਈ ਲੀਡਰਾਂ ਦੇ। ਜੀ।
ਸੋ ਇਸ ਕਰਕੇ ਇਹੋ ਜਿਹੀ ਜਿਹੜੀ ਬਿਆਨਬਾਜ਼ੀ ਹੈ ਨਾ ਜੀ, ਇਹਨਾਂ 'ਚ ਕੋਈ ਦਮ ਨਹੀਂ। ਹੁਣ ਇਹਦਾ ਨੁਕਸਾਨ ਕੀ ਹੁੰਦਾ? ਹੁਣ ਬੀਜੇਪੀ ਜਿਹੜੇ ਸਾਡੇ ਕਿਸਾਨ ਨੇ ਪੰਜਾਬ ਵਾਲੇ, ਹੁਣ ਉਹ ਕਦੋਂ ਦੱਸਣਗੇ ਵੀ ਅਸੀਂ ਗੁੰਮਰਾਹ ਹੋਏ ਜਾਂ ਨਹੀਂ ਹੋਏ? ਜੀ ਹੈ ਜੀ, ਜਿੱਦਣ ਪੋਲਿੰਗ ਬੂਥ ਤੇ ਜਾਣਗੇ 2022 'ਚ। ਬਿਲਕੁਲ। ਸੋ ਬੀਜੇਪੀ ਦਾ ਬਟਨ ਦੇਖਦੇ ਹੀ ਉਹਨਾਂ ਨੇ ਦੱਸ ਦੇਣਾ ਵੀ ਅਸੀਂ ਗੁੰਮਰਾਹ ਹੋਏ ਆ ਜਾਂ ਨਹੀਂ ਹੋਏ। ਬਿਲਕੁਲ। ਬੀਜੇਪੀ ਵਾਲਾ ਫੁੱਲ ਦਾ ਬਟਨ ਮਸ਼ੀਨਾਂ ਤੇ ਦੇਖਦੇ ਹੀ ਉਹਨਾਂ ਨੇ ਫੈਸਲਾ ਕਰ ਦੇਣਾ ਵੀ ਕੌਣ ਗੁੰਮਰਾਹ ਹੋਇਆ, ਵੀ ਅਸੀਂ ਗੁੰਮਰਾਹ ਹੋਏ ਆ ਜਾਂ ਸਾਨੂੰ ਪੋਲੀਟੀਕਲ ਪਾਰਟੀਆਂ ਨੇ ਗੁੰਮਰਾਹ ਕੀਤਾ। ਹੁਣ ਮੈਂ ਦੱਸਦਾ ਤਾਂ ਨਹੀਂ ਵੀ ਕਿਸਾਨਾਂ ਨੇ ਕਿਹੜਾ ਕਿਹੜਾ ਬਟਨ ਦੱਬਣਾ, ਪਰ ਇਹ ਕਿਸਾਨਾਂ ਦੀ ਆਪਣੀ ਮਰਜ਼ੀ ਆ, ਉਹ ਜਿਹੜਾ ਮਰਜ਼ੀ ਬਟਨ ਦੱਬ ਦੇਣ, ਜਿਵੇਂ ਅਸੀਂ ਕੋਰਟ ਤੇ ਲਾਉਨੇ ਆ ਜੀ, ਪਰ ਉਹ ਸੋਚ ਸਮਝ ਕੇ ਬਟਨ ਦੱਬਣ, ਕਿਉਂਕਿ ਗਲਤ ਬਟਨ ਦੱਬਣ ਦਾ ਨਤੀਜਾ ਕਈ ਵਾਰੀ ਚੰਗਾ ਨਹੀਂ ਨਿਕਲਦਾ, ਨੁਕਸਾਨ ਹੁੰਦਾ ਹੈ। ਸੋ ਬਟਨ ਦੇਖ ਕੇ ਦੱਬਣਾ ਚਾਹੀਦਾ ਹੈ। ਬਿਲਕੁਲ। ਡੱਲਾ ਸਾਹਿਬ, ਇੱਕ ਸਵਾਲ ਬਹੁਤ ਵੱਡਾ ਉੱਠਦਾ ਹੈ ਕਿ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਨਾਤਾ ਤੋੜਿਆ, ਇਸ ਦੇ ਨਾਲ ਅਕਾਲੀ ਦਲ ਦੀ ਜਿਹੜੀ ਭਰਪਾਈ ਪਿਛਲੇ ਦਿਨਾਂ ਦੇ ਵਿੱਚ ਘਟੀ ਸੀ ਉਹ ਹੋਊਗੀ, ਜਾਂ ਫਿਰ 2022 ਦੇ ਵਿੱਚ ਬੀਜੇਪੀ ਵੀ ਆਪਣੀ ਭਰਪਾਈ ਕਰ ਸਕਦੀ ਹੈ ਕਿਸੇ ਵੱਖਰੇ ਤਰੀਕੇ ਨਾਲ? ਨਹੀਂ, ਦੇਖੋ, ਅਕਾਲੀ ਦਲ ਨੇ ਜਿਹੜਾ ਬੀਜੇਪੀ ਦਾ ਸਾਥ ਛੱਡਿਆ ਹੈ ਉਹ ਛੱਡਣਾ ਜ਼ਰੂਰੀ ਸੀ ਜੀ। ਹੈ ਜੀ। ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਜ਼ਾਦੀ ਤੋਂ ਪਹਿਲਾਂ ਵੀ ਕਹਿੰਦੇ ਆ ਨਾ 1920 ਦਾ ਅਕਾਲੀ ਦਲ ਚਾਹੀਦਾ ਸਾਨੂੰ, ਗੱਲਾਂ ਕਰਦੇ ਆ ਨਾ। ਬਿਲਕੁਲ। 1920 'ਚ ਤਾਂ ਮੁਲਕ ਆਜ਼ਾਦ ਨਹੀਂ ਸੀ ਜੀ। 1920 ਦੇ ਅਕਾਲੀ ਦਲ ਨੇ ਵੀ ਬਹੁਤ ਸੰਘਰਸ਼ ਕੀਤੇ ਦੇਸ਼ ਦੀ ਆਜ਼ਾਦੀ 'ਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਾਡੇ ਆਜ਼ਾਦੀ 'ਚ ਯੋਗਦਾਨ ਪਾਇਆ। ਬਿਲਕੁਲ। ਜੇ ਕਾਂਗਰਸ ਆਜ਼ਾਦੀ ਦੇ ਸੰਘਰਸ਼ ਯੋਗਦਾਨ ਪਾਉਣ ਵਾਲੀ ਪਾਰਟੀ ਹੈ, ਮੰਨ ਲਓ ਕੌਮੀ ਪੱਧਰ ਤੇ, ਤਾਂ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਯੋਗਦਾਨ ਸੀ। ਬਿਲਕੁਲ। ਇਹ ਗੱਲ ਵੱਖਰੀ ਹੈ ਕਿ ਇਹ ਸਾਡੀਆਂ ਖੇਤਾਂ ਆਧਾਰਿਤ ਪਾਰਟੀਆਂ ਰਹਿ ਗਈਆਂ ਸੀ ਉਸ ਸਮੇਂ, ਪੰਜਾਬੀ ਖੇਤਾ ਸੀ ਲਗਭਗ, ਪੰਜਾਬੀ ਬੋਲਦੇ ਇਲਾਕਿਆਂ ਵਾਲਾ, ਪਰ ਦਿੱਲੀ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਝੂਲਦਾ ਸੀ ਉਦੋਂ ਵੀ। ਜੀ। ਹੈ ਜੀ। ਬਿਲਕੁਲ। ਸੋ ਜਿਹੜੀ ਹੁਣ ਤੁਸੀਂ ਗੱਲ ਕਰਦੇ ਹੋ ਵੀ ਹੁਣ ਅਕਾਲੀ ਦਲ ਤੇ ਬੀਜੇਪੀ ਦੀ ਸਾਂਝ ਜਦੋਂ ਟੁੱਟੀ, ਅਕਾਲੀ ਦਲ ਨੇ ਜਦੋਂ ਸਾਥ ਛੱਡਿਆ ਬੀਜੇਪੀ ਦਾ, ਨਿਸ਼ਚਿਤ ਤੌਰ ਤੇ ਸਭ ਤੋਂ ਪਹਿਲਾਂ ਤਾਂ ਉਹ ਖੁਸ਼ ਹੋਇਆ। ਕਈ ਵਾਰੀ ਨਾ ਕੰਧ ਤਿੜਕ ਜਾਂਦੀ ਜੀ, ਲੋਕ ਹੀ ਇੱਕ ਇੱਕ ਇੱਟ ਚੱਕ ਕੇ ਲੈ ਜਾਂਦੇ ਜੀ, ਤੇ ਪਿੱਲੀਆਂ ਇੱਟਾਂ ਲੱਗੀਆਂ ਹੋਣ ਤਾਂ ਵੀ ਇੱਕ ਇੱਕ ਇੱਟ। ਕਈ ਵਾਰੀ ਆਪਾਂ ਪਿੰਡਾਂ 'ਚ ਵੀ ਦੇਖਦੇ ਹਾਂ, ਸ਼ਹਿਰਾਂ 'ਚ ਵੀ ਦੇਖਦੇ ਹਾਂ, ਨੀਹਾਂ ਭਰ ਕੇ ਜਾਂਦੇ ਲੋਕ ਜੀ, ਸਾਲ ਕੁ ਬਾਅਦ ਗੇੜਾ ਲਾਉਂਦੇ, ਨੀਂਹ ਹੁੰਦੀ ਨਹੀਂ ਜੀ, ਬਸ ਇਹ ਦਿਖਦਾ ਹੀ ਆ ਵੀ ਇੱਥੇ ਨੀਹਾਂ ਸੀ, ਲੋਕ ਹੀ ਇੱਟਾਂ ਚੱਕ ਕੇ ਲੈ ਜਾਂਦੇ। ਸੋ ਜੇ ਅਕਾਲੀ ਦਲ ਬੀਜੇਪੀ ਨੂੰ ਨਾ ਛੱਡਦਾ, ਆ ਟੁੱਟਣ ਲੱਗ ਗਈ ਸੀ ਕੰਧ, ਨੀਹਾਂ ਅਕਾਲੀ ਦਲ ਦੀਆਂ, ਢੀਂਡਸਾ ਅਲੱਗ ਹੋ ਗਏ, ਪਰਮਿੰਦਰ ਢੀਂਡਸਾ ਅਲੱਗ ਹੋ ਗਏ, ਬ੍ਰਹਮਪੁਰਾ ਸਾਹਿਬ ਅਲੱਗ ਹੋ ਗਏ, ਆ ਸੇਵਾ ਸਿੰਘ ਸੇਖਵਾਂ ਅਲੱਗ ਹੋ ਗਏ, ਇਹ ਇੱਟਾਂ ਹੀ ਸੀ ਅਕਾਲੀ ਦਲ ਦੀਆਂ। ਜੀ। ਹਾਂਜੀ, ਅਕਾਲੀ ਦਲ ਦੀ ਕੰਧ ਦੀਆਂ ਇੱਟਾਂ ਹੀ ਸੀ। ਬਿਲਕੁਲ। ਇੱਕ ਇੱਕ ਕਰਕੇ ਲੈ ਗਈਆਂ। ਜੇ ਨਾ ਅਕਾਲੀ ਦਲ ਛੱਡਦਾ ਬੀਜੇਪੀ ਨੂੰ, ਕਿਉਂਕਿ ਬੀਜੇਪੀ 'ਚ ਬਹੁਤ ਸਾਰੀਆਂ ਇੱਟਾਂ, ਬਹੁਤ ਸਾਰੇ ਲੀਡਰ, ਵਰਕਰ, ਵਲੰਟੀਅਰ, ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਸੀ, ਕਿਉਂਕਿ ਕਈ ਫੈਸਲੇ ਬੀਜੇਪੀ ਦੇ ਇਹੋ ਜਿਹੇ ਹੁੰਦੇ ਸੀ ਜਿਹੜੇ ਅਕਾਲੀ ਦਲ ਨੂੰ ਅੱਖਾਂ ਬੰਦ ਕਰਕੇ ਮੰਨਣੇ ਪੈਂਦੇ ਸੀ। ਜੀ। ਉੱਥੋਂ ਨਾਰਾਜ਼ ਸੀ। ਪਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਦੋਂ ਲੱਗਿਆ ਵੀ ਨਹੀਂ, ਹੁਣ ਹਰਸਿਮਰਤ ਬਾਦਲ ਨੇ ਬਹੁਤ ਸਮਾਂ ਰਾਜ ਕਰ ਲਿਆ ਬਤੌਰ ਮੰਤਰੀ, ਵੀ ਹੁਣ ਜੇ ਹਰਸਿਮਰਤ ਬਾਦਲ ਅਸਤੀਫਾ ਦੇ ਦੂ ਕੋਈ ਫਰਕ ਨਹੀਂ ਪੈਂਦਾ, ਜੀ, ਤਾਂ ਹੀ ਅਸਤੀਫਾ ਦਵਾਇਆ ਨਾ। ਉਧਰੋਂ ਕਿਸਾਨਾਂ ਦਾ ਦਬਾਅ ਵੀ ਸੀ। ਬਿਲਕੁਲ। ਕਿਉਂਕਿ ਤਰੁਣ ਚੁੱਗ ਤਾਂ ਬਾਰ-ਬਾਰ ਕਹੀ ਜਾਂਦਾ ਵੀ ਜਿੱਦਣ ਪਹਿਲੇ ਦਿਨ ਮੰਤਰੀ ਮੰਡਲ ਦੀ ਬੈਠਕ ਸੀ 3 ਖੇਤੀ ਆਰਡੀਨੈਂਸਾਂ ਤੇ, ਉਦੋਂ ਤਾਂ ਹਰਸਿਮਰਤ ਕੌਰ ਬਾਦਲ ਉੱਥੇ ਬੈਠੀ ਸੀ। ਜੀ। ਉਹ ਤਾਂ ਬਾਦਲ ਸਾਹਿਬ ਦੀ ਵੀਡੀਓ ਵੀ ਆ ਗਈ ਸੀ, ਉਹ ਕਹਿੰਦੇ ਬਹੁਤ ਚੰਗਾ ਕਾਨੂੰਨ, ਬਹੁਤ ਚੰਗੇ ਕਾਨੂੰਨ ਨੇ। ਜੀ। ਬਿਲਕੁਲ। ਉਸ ਤੋਂ ਬਾਅਦ ਬਾਦਲ ਸਾਹਿਬ ਦੀ ਵੀਡੀਓ ਨਹੀਂ ਆਈ। ਬਿਲਕੁਲ। ਬਣਾਉਣਗੇ ਹੌਲੀ ਹੌਲੀ, ਆਊ ਟਾਈਮ ਪਾਉਣਗੇ ਵੀਡੀਓ, ਸਾਰੇ ਅੱਜ ਕੱਲ੍ਹ ਪਾਉਂਦੇ ਸੋਸ਼ਲ ਮੀਡੀਆ ਤੇ। ਬਿਲਕੁਲ। ਪਰ ਜਿਹੜੀ ਚੀਜ਼ ਵਕਤ ਰਹਿੰਦੇ ਪਾ ਲਓ ਉਹਦਾ ਫਾਇਦਾ। ਜੀ। ਹੁਣ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡ ਕੇ ਜਿਹੜੇ ਆਪਣੇ ਵਲੰਟੀਅਰ ਵਰਕਰ ਸੀ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਵੀ ਤੁਸੀਂ ਛੱਡਣ ਦੀ ਨਾ ਸੋਚੋ ਅਕਾਲੀ ਦਲ, ਕਿਉਂਕਿ ਕਈ ਲੋਕ ਛੱਡੀ ਜਾਂਦੇ ਸੀ। ਆ ਬਰਨਾਲੇ 'ਚ ਢੀਂਡਸੇ ਨੇ ਰੈਲੀ ਕੀਤੀ, ਉੱਥੇ ਵੀ ਬਹੁਤ ਲੋਕ ਆਏ ਹੋਏ ਸੀ। ਜੀ। ਸੀਗੇ ਤਾਂ ਉਹ ਸਾਰੇ ਅਕਾਲੀ ਨਾ, ਵੰਡੇ ਗਏ ਆਪਸ 'ਚ, ਕੋਈ ਸੁਖਬੀਰ ਵਾਲੇ ਪਾਸੇ ਚੱਲ ਗਿਆ, ਕੋਈ ਪਰਮਿੰਦਰ ਢੀਂਡਸਾ ਵਾਲੇ ਪਾਸੇ ਚੱਲ ਗਿਆ। ਹੁਣ ਉਹ ਵਲੰਟੀਅਰ ਬਚ ਗਏ, ਜਿਹਦੇ ਨਾਲ ਮੈਂ ਕਹਿ ਸਕਦਾ ਵੀ ਅਕਾਲੀ ਦਲ ਦਾ ਆਧਾਰ ਕਾਫੀ ਹੱਦ ਤੱਕ ਬਚ ਗਿਆ। ਵਿਦਿਨ ਦਾ ਪਾਰਟੀ ਦੇ ਅੰਦਰ ਜਿਹੜਾ ਅਕਾਲੀ ਦਲ ਦਾ ਆਧਾਰ ਖਿਸਕ ਸਕਦਾ ਸੀ ਉਹ ਸਾਰਾ ਬਚ ਗਿਆ। ਜੀ। ਬਾਹਰੋਂ ਕਿੰਨੇ ਕੁ ਲੋਕਾਂ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਪਸੰਦ ਕੀਤਾ ਜਾਂ ਨਹੀਂ ਕੀਤਾ, ਉਹ ਮੀਟਰ ਨਾਲ ਪਤਾ ਲੱਗੂਗਾ। ਬਿਲਕੁਲ। ਉਹ ਮੀਟਰ ਹੈ ਮਸ਼ੀਨ ਵਾਲਾ 2022 ਦਾ। ਉਹ 2022 'ਚ ਪਤਾ ਲੱਗੂਗਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਉਹ ਖੁਸ਼ ਹੋਏ ਨੇ ਕਿ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡਿਆ। ਪਰ ਕਿਤੇ ਨਾ ਕਿਤੇ ਇਹਦੇ ਨਾਲ ਇੱਕ ਮੈਂ ਕਹਿੰਦਾ ਸਿਆਸੀ ਸੰਤੁਲਨ ਪੰਜਾਬ 'ਚ ਬਣ ਗਿਆ। ਸਿਆਸੀ ਸੰਤੁਲਨ ਪੰਜਾਬ 'ਚ ਬਣ ਗਿਆ, ਕਿਉਂਕਿ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਜਿਹੜੀ ਆਈਡੀਓਲੋਜੀ ਆ, ਜਿਹੜੀ ਸੋਚ ਆ, ਉਹ ਵੱਖਰੀ ਵੱਖਰੀ ਹੈ। ਬਿਲਕੁਲ। ਸੋ ਜਿਹੜੀ ਇੱਕ ਸੋਚ ਦਾ ਟਕਰਾਅ ਸੀ, ਉਹਦਾ ਵੀ ਕਈ ਵਾਰੀ ਸੂਬਿਆਂ ਨੂੰ ਨੁਕਸਾਨ ਹੁੰਦਾ ਸੀ। ਬੀਜੇਪੀ ਦੇ ਕਈ ਇਹੋ ਜਿਹੇ ਫੈਸਲੇ ਸੀ
ਜਿਹੜੇ ਪੰਜਾਬ ਦੀਆਂ ਸਾਰੀਆਂ ਧਿਰਾਂ ਅਗਰ ਵਿਰੋਧ ਕਰਨ ਤਾਂ ਬੀਜੇਪੀ ਪੁਨਰ ਵਿਚਾਰ ਕਰ ਸਕਦੀ ਸੀ, ਪਰ ਅਕਾਲੀ ਦਲ ਹਮਾਇਤ ਤੇ ਆ ਜਾਂਦਾ ਸੀ। ਬਿਲਕੁਲ। ਹੁਣ ਅਕਾਲੀ ਦਲ ਦੇ ਬੀਜੇਪੀ ਨਾਲ ਜਾਣ ਦਾ ਮਤਲਬ ਇਹ ਸੀ ਹਾਂਜੀ ਜੀ ਕਿ ਚੰਡੀਗੜ੍ਹ ਦਾ ਮਸਲਾ ਖਤਮ ਹੋ ਗਿਆ। ਬਿਲਕੁਲ। ਮੈਨੂੰ ਨਹੀਂ ਲੱਗਦਾ 10 ਸਾਲਾਂ 'ਚ ਸੁਖਬੀਰ ਬਾਦਲ ਨੇ ਜਿਵੇਂ ਹੁਣ ਯਾਤਰਾ ਕੱਢ ਕੇ ਗਏ ਸੀ ਨਾ ਖੇਤੀ ਮਸਲਿਆਂ ਤੇ ਜੀ ਵੀ ਆਪਾਂ ਚੰਡੀਗੜ੍ਹ ਜਾਣਾ ਹੈ, ਉਹ ਮੋਹਾਲੀਓ ਹੀ ਰੋਕਤਾ, ਕਹਿੰਦੇ ਚੰਡੀਗੜ੍ਹ ਤਾਂ ਤੁਹਾਡਾ ਹੈ ਹੀ ਨਹੀਂ। ਬਿਲਕੁਲ। ਹੈ ਜੀ, ਮੋਹਾਲੀ ਬਾਰਡਰ ਲਾਤਾ, ਉਹ ਚੰਡੀਗੜ੍ਹ ਪੁਲਿਸ ਆਈ, ਉਹਨਾਂ ਨੇ ਪਾਣੀ ਪੂਣੀ ਮਾਰਿਆ ਜੀ। ਹੈ ਜੀ, ਥਾਣੇ ਲੈ ਗਏ, ਉਸ ਤੋਂ ਬਾਅਦ ਥਾਣੇ ਜਾ ਕੇ ਛੱਡਤੇ। ਮਤਲਬ ਕਿ ਤੁਸੀਂ ਚੰਡੀਗੜ੍ਹ ਮੋਹਾਲੀ ਚੋਂ ਟੱਪ ਕੇ ਤੁਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰਦੇ ਹੋਏ ਮਾਰਚ ਕਰ ਰਹੇ ਸੀ, ਉਹ ਤਾਂ ਮਾਰਚ ਕਰਦੇ ਹੋਏ ਗਵਰਨਰ ਹਾਊਸ ਤੱਕ ਨਹੀਂ ਜਾ ਸਕਦੇ। ਭਾਵ ਤੁਸੀਂ ਚੰਡੀਗੜ੍ਹ ਨਹੀਂ ਜਾ ਸਕਦੇ ਕਿਉਂਕਿ ਚੰਡੀਗੜ੍ਹ ਮੁਕੰਮਲ ਤੌਰ ਤੇ ਤਾਂ ਰਿਹਾ ਹੀ ਨਹੀਂ, ਉਹ ਤਾਂ ਸਾਂਝੀ ਰਾਜਧਾਨੀ ਰਹਿ ਗਈ। ਬਿਲਕੁਲ। ਉਹਦੇ ਤੇ ਕੇਂਦਰ ਵਾਲਾ ਕਾਨੂੰਨ ਲੱਗਦਾ ਹੈ ਜੀ। 10 ਸਾਲ 25 ਸਾਲ 26 ਸਾਲ ਜਿਹੜਾ ਅਕਾਲੀ ਦਲ ਦਾ ਸਾਥ ਰਿਹਾ, 23-24 ਸਾਲ ਪ੍ਰਕਾਸ਼ ਸਿੰਘ ਬਾਦਲ ਜਾਂ ਤਾਂ ਚੰਡੀਗੜ੍ਹ ਲੈ ਦਿੰਦੇ ਅਟਲ ਬਿਹਾਰੀ ਵਾਜਪਾਈ ਤੋਂ। ਜੀ। ਉਦੋਂ ਇਹ ਮੰਗ ਕਰਨੀ ਚਾਹੀਦੀ ਸੀ। ਜਦੋਂ ਐਨਡੀਏ ਨੂੰ ਸਪੋਰਟ ਕੀਤੀ ਨਾ, ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਬਿਨਾਂ ਕਿਸੇ ਸਮਰਥਨ ਤੋਂ, ਬਿਨਾਂ ਕਿਸੇ ਸ਼ਰਤ ਤੋਂ ਸਮਰਥਨ ਦਿੰਦੇ ਆ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰਤ ਲਾਈ ਹੁੰਦੀ ਨਾ ਵੀ ਚੰਡੀਗੜ੍ਹ ਦੇ ਦਿਓ ਵਾਜਪਾਈ ਸਾਹਿਬ, ਸਮਰਥਨ ਲੈ ਲਓ, ਉਦੋਂ ਮਿਲ ਜਾਣਾ ਸੀ। ਬਿਲਕੁਲ। ਕਿਉਂਕਿ ਇੱਕ ਵਾਰੀ 13 ਦਿਨਾਂ ਦੀ ਸਰਕਾਰ ਡਿੱਗ ਗਈ ਸੀ ਵਾਜਪਾਈ ਸਾਹਿਬ ਦੀ। ਜੀ। ਸੋ ਪੰਜਾਬ ਦੇ ਹੱਕਾਂ ਲਈ ਪੋਲੀਟੀਕਲ ਪਾਰਟੀਆਂ ਨੂੰ ਕੁਰਬਾਨੀਆਂ ਕਰਨੀਆਂ ਪੈਣੀਆਂ ਨੇ। ਹੈ ਜੀ, ਹੁਣ ਚੰਡੀਗੜ੍ਹ ਔਖਾ ਹੀ ਲੱਗਦਾ ਮੈਨੂੰ ਮਿਲਦਾ। ਬਿਲਕੁਲ। ਕਿ ਮਿਲ ਜੂ, ਹੁਣ ਤਾਂ ਔਖਾ ਹੀ ਹੈ ਜੀ, ਕਿਉਂਕਿ ਕੋਈ ਪੋਲੀਟੀਕਲ ਪਾਰਟੀ ਦਿਖਦੀ ਹੀ ਨਹੀਂ ਬਿਲਕੁਲ, ਜਿਹੜੀ ਕੇਂਦਰ ਨੂੰ ਸਮਝਾ ਸਕੇ। ਨਾ ਕੇਂਦਰ ਕਦੀ ਇਹੋ ਜਿਹਾ ਆਉਂਦਾ, ਕੇਂਦਰ ਤਾਂ ਹੋਰ ਯੂਟੀਆਂ ਬਣਾ ਰਿਹਾ, ਜੰਮੂ ਕਸ਼ਮੀਰ ਵੀ ਬਣ ਗਿਆ। ਬਿਲਕੁਲ। ਹੈ ਜੀ, ਚਲੋ ਧਾਰਾ 370 ਹਟਾਈ, ਉਹਦਾ ਮੈਂ ਹਮਾਇਤੀ ਹਾਂ ਜੀ। ਧਾਰਾ 370, ਕਿਉਂਕਿ ਇੱਕ ਮੁਲਕ 'ਚ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ, ਇੱਕ ਮੁਲਕ 'ਚ ਇੱਕੋ ਜਿਹੇ ਅਧਿਕਾਰ ਹੋਣੇ ਚਾਹੀਦੇ। ਹੈ ਜੀ, ਬਿਲਕੁਲ। ਤੁਸੀਂ ਵੀ ਜੰਮੂ ਕਸ਼ਮੀਰ 'ਚ ਥਾਂ ਲੈਣੀ ਚਾਹੋ ਲੈ ਸਕਦੇ ਹੋ, ਪਰ ਹਿਮਾਚਲ ਵਾਲਿਆਂ ਨੂੰ ਵੀ ਕਹਿ ਦਿਓ ਤੁਸੀਂ ਵੀ ਦੇ ਦਿਆ ਕਰੋ ਥਾਂ ਪੰਜਾਬੀਆਂ ਨੂੰ। ਜੀ। ਉਹ ਦਿੰਦੇ ਨਹੀਂ ਪਲਾਟ। ਬਿਲਕੁਲ। ਪਰ ਸਾਰੇ ਪਾਸੇ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ। ਹੋ ਸਕਦਾ ਮੋਦੀ ਸਾਹਿਬ ਕਰ ਦੇਣ ਵੀ ਹਿਮਾਚਲ 'ਚ ਵੀ ਤੁਸੀਂ ਜਗ੍ਹਾ ਲੈ ਸਕਦੇ ਹੋ, ਕੋਈ ਬਣਾ ਦੇਣ ਵਿਉਂਤਬੰਦੀ। ਜੀ। ਮੋਦੀ ਸਾਹਿਬ ਜੰਮੂ ਕਸ਼ਮੀਰ 'ਚ ਤਾਂ ਹੁਣ ਲੈ ਸਕਦੇ ਆ ਬਿਹਾਰ ਦੀਆਂ ਰੈਲੀਆਂ 'ਚ ਵੀ ਕਹਿ ਰਹੇ ਨੇ ਜੋਗੀ ਜੀ ਵੀ ਹੁਣ ਤੁਸੀਂ ਬਿਹਾਰ ਵਾਲੇ ਜੰਮੂ ਕਸ਼ਮੀਰ 'ਚ ਵੀ ਜਾ ਕੇ ਮਕਾਨ ਖਰੀਦ ਸਕਦੇ ਹੋ, ਜਗ੍ਹਾ ਖਰੀਦ ਸਕਦੇ ਹੋ। ਜੀ। ਹਿਮਾਚਲ ਦਾ ਜ਼ਿਕਰ ਨਹੀਂ। ਬਿਲਕੁਲ। ਹੈ ਜੀ, ਪੰਜਾਬ 'ਚ ਕਹਿੰਦੇ ਜਿਹੜਾ ਮਰਜ਼ੀ ਲੈ ਲਓ, ਜੀ, ਪੰਜਾਬ 'ਚ ਕੋਈ ਰੋਕ ਟੋਕ ਨਹੀਂ। ਜੀ। ਹੈ ਨਹੀਂ, ਤਾਂ ਹੀ ਤਾਂ ਕਿਸਾਨ ਡਰੇ ਸਾਡੇ। ਕਿਸਾਨ ਕਿਉਂ ਡਰੇ ਵੀ ਤੁਸੀਂ 2 ਫਸਲਾਂ ਦੀ MSP ਦੀ ਗੱਲ ਕਰਤੀ, ਜੀ, ਕਣਕ ਤੇ ਝੋਨਾ ਤੇ ਬਾਕੀ ਫਸਲਾਂ ਬਿਲਕੁਲ ਸਰਕਾਰ ਨੇ ਕੁਝ ਸੁਨਿਸ਼ਚਿਤ ਨਹੀਂ ਕੀਤਾ। ਕਿਸਾਨ ਤਾਂ ਡਰਿਆ ਵੀ ਸਾਡੀਆਂ ਜ਼ਮੀਨਾਂ ਨਾ ਵਿਕ ਜਾਣ, ਕਿਉਂਕਿ ਵੱਡੀਆਂ ਕੰਪਨੀਆਂ ਵਾਲੇ ਨੇ, ਉਹਨਾਂ ਨਾਲ ਕਿੱਥੇ ਕਾਨੂੰਨੀ ਲੜਾਈ ਲੜਨਗੇ ਕਿਸਾਨ। ਬਿਲਕੁਲ। ਇਹ ਸਾਰੇ ਕਾਰਨ ਨੇ ਜਿਹਦੇ ਕਰਕੇ ਪੰਜਾਬ ਦਾ ਕਿਸਾਨ ਡਰਿਆ ਹੋਇਆ ਹੈ। ਔਰ ਬੀਜੇਪੀ 2022 ਤੋਂ ਪਹਿਲਾਂ ਇੱਕੋ ਸ਼ਰਤ ਤੇ ਪਰ ਆਪਣਾ ਜਿਹੜਾ ਹੈਗਾ ਨੁਕਸਾਨ ਖਤਮ ਕਰ ਸਕਦੀ ਹੈ। ਜੀ। ਮੋਦੀ ਸਾਹਿਬ ਕਿਸਾਨਾਂ ਨੂੰ ਬੁਲਾਉਣ, ਇੱਕ ਜਾਂ ਤਾਂ ਉਹ ਕਹਿਣ ਵੀ ਮੈਂ ਖੇਤੀ ਕਾਨੂੰਨ ਰੱਦ ਕਰਦਾ, ਆਪਾਂ ਨਵੇਂ ਸਿਰੇ ਤੋਂ ਵਿਚਾਰ ਕਰਕੇ ਬਣਾਵਾਂਗੇ, ਲੱਡੂ ਵੰਡ ਦੇਣੇ ਕਿਸਾਨਾਂ ਨੇ, ਮੋਦੀ ਸਾਹਿਬ ਦੇ ਮੂੰਹ 'ਚ ਲੱਡੂ ਪਾਣਾ। ਜੀ। ਇੱਕ ਤਾਂ ਹੈ। ਔਰ ਦੂਸਰਾ ਕੀ ਕਰਨ ਮੋਦੀ ਸਾਹਿਬ ਕਿ ਕਾਨੂੰਨ 'ਚ ਪਾ ਦਿੰਦੇ ਆ ਵੀ ਕਦੀ ਵੀ ਸਰਕਾਰੀ ਖਰੀਦ ਬੰਦ ਨਹੀਂ ਹੋਊ। ਲਓ, ਮੈਂ ਕਿਹਾ ਜੀ ਭੰਗੜੇ ਪੈਣ ਲੱਗ ਜਾਣੇ ਮੋਦੀ ਸਾਹਿਬ ਦੇ ਆਲੇ ਦੁਆਲੇ। ਬਿਲਕੁਲ। ਮੋਦੀ ਸਾਹਿਬ ਆਹ ਕੰਮ ਕਰਦੇ ਨੇ। ਫਿਰ ਉਹਦੇ ਨਾਲ ਕੀ ਹੈ, 2 ਫਾਇਦੇ ਨੇ ਬੀਜੇਪੀ ਨੂੰ। ਇੱਕ ਤਾਂ ਕਿਸਾਨ ਖੁਸ਼ ਹੋ ਜਾਣਗੇ, ਦੂਸਰਾ ਪੰਜਾਬ ਦੀ ਖੇਤੀ ਬਚ ਜੂ। ਜੀ। ਪੰਜਾਬ ਦੀ ਕਿਸਾਨੀ ਕਾਫੀ ਹੱਦ ਤੱਕ ਬਚ ਜੂ, ਕਿਉਂਕਿ ਜਿਹੜੇ ਲੋਕ ਪ੍ਰਾਈਵੇਟ ਕੰਪਨੀਆਂ ਵਾਲੇ ਜਾਂ ਦੂਜੇ ਸੂਬਿਆਂ ਵਾਲੇ ਇਸ ਤਾਂਘ 'ਚ ਬੈਠੇ ਆ ਵੀ ਇੱਕ ਵਾਰੀ ਸਾਡਾ ਪੰਜਾਬ ਦੇ ਨਾਲ ਕਿਸਾਨਾਂ ਦੇ ਨਾਲ ਖੇਤੀ ਵਾਲੇ ਸਮਝੌਤਿਆਂ ਵਾਲਾ ਕੰਮ ਸ਼ੁਰੂ ਹੋਵੇ, ਮੁੜ ਕੇ ਤਾਂ ਦੇਖ ਲਾਂਗੇ ਕੀ ਕਰਨਾ। ਬਿਲਕੁਲ। ਸੋ ਉਹ ਲੋਕਾਂ ਤੋਂ ਪੰਜਾਬ ਦੇ ਕਿਸਾਨ ਬਚ ਜਾਣਗੇ, ਸਾਡੀ ਜ਼ਮੀਨ ਬਚ ਜੂ ਤੇ ਭਲਾ ਸਾਡਾ ਵੀ ਹੋ ਜੂ। ਜੇ ਪੰਜਾਬ ਦਾ ਭਲਾ ਹੁੰਦਾ, ਬੀਜੇਪੀ ਦਾ ਦੁੱਗਣਾ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ। ਬਿਲਕੁਲ। ਹਾਂਜੀ ਗਗਨ, ਜੇ ਪੰਜਾਬ ਦਾ ਭਲਾ ਹੁੰਦਾ, ਬੀਜੇਪੀ ਦਾ ਦੁੱਗਣਾ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ। ਸੋ ਇਸ ਕਰਕੇ ਅਕਾਲੀ ਦਲ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਇਆ ਹੋਰ ਨੁਕਸਾਨ ਤੋਂ। ਔਰ ਬੀਜੇਪੀ ਅਗਰ ਫੈਸਲੇ ਕਿਸਾਨਾਂ ਦੀ ਮਰਜ਼ੀ ਨਾਲ ਕਰ ਲੇ ਤਾਂ ਬੀਜੇਪੀ ਵੀ ਬਚਾ ਸਕਦੀ ਹੈ ਆਪਣੇ ਆਪ। ਬਿਲਕੁਲ। ਨਹੀਂ ਤਾਂ ਸਿਆਸੀ ਨੁਕਸਾਨ ਤੈਅ ਹੈ। ਜੀ। ਸੋ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਹਿੰਦਾ ਬੀਜੇਪੀ ਦੇ ਜਿਹੜੇ ਮੌਤਬਰ ਬੰਦੇ ਵੀ ਪ੍ਰੋਗਰਾਮ ਵੇਖਣਗੇ, ਉਹਨਾਂ ਨੂੰ ਜ਼ਰੂਰ ਹੈ ਕਿ ਇਸ ਪ੍ਰੋਗਰਾਮ ਨੂੰ ਮੋਦੀ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਜੋ ਜ਼ਮੀਨੀ ਹਕੀਕਤ ਆ ਬੀਜੇਪੀ ਦੀ, ਉਹ ਹਕੀਕਤ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੂੰ ਕਿ ਆਖਰਕਾਰ ਜੇ ਤੁਸੀਂ ਇਸ ਜ਼ਮੀਨੀ ਹਕੀਕਤ ਨੂੰ ਬਦਲਣਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਕੁਝ ਫੈਸਲੇ ਕਿਸਾਨਾਂ ਦੇ ਤੇ ਪੰਜਾਬ ਦੇ ਹੱਕ ਦੇ ਵਿੱਚ ਤੁਹਾਨੂੰ ਜ਼ਰੂਰ ਲੈਣੇ ਪੈਣਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਚਰਚਾ ਦੇ ਵਿੱਚ। ਬਹੁਤ ਧੰਨਵਾਦ। ਬਹੁਤ ਧੰਨਵਾਦ।